ਸੁਡਾਨ ਤੋਂ ਕੈਨੇਡੀਅਨਜ਼ ਨੂੰ ਏਅਰਲਿਫਟ ਰਾਹੀਂ ਬਾਹਰ ਕੱਢਣ ਦੇ ਲਈ ਕੈਨੇਡਾ ਜਾਰੀ ਰੱਖੇਗਾ ਕੋਸ਼ਿਸ਼ਾਂ। ਟਰੂਡੋ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਸੁਡਾਨ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਬਾਹਰ ਕੱਢਣ ਦੇ ਲਈ ਕੋਸ਼ਿਸ਼ਾਂ ਜੰਗੀ ਪੱਧਰ ਉੱਤੇ ਜਾਰੀ ਹਨ। ਉਹਨਾਂ ਦੱਸਿਆ ਹੈ ਕਿ 2 ਮਿਲਟਰੀ ਵੈਸਲ ਕੈਨੇਡਾ ਦੇ ਤੱਟ ਉੱਤੇ ਪਹੁੰਚ ਵੀ ਚੁੱਕੇ ਹਨ। ਟਰੂਡੋ ਨੇ ਆਖਿਆ ਹੈ ਕਿ ਸੁਡਾਨ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਕੱਢਣ ਦੇ ਲਈ ਫੈਡਰਲ ਸਰਕਾਰ ਆਪਣੇ ਭਾਈਵਾਲਾਂ ਨਾਲ ਰਲ ਕੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੁਡਾਨ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਮਿਲਟਰੀ ਤੇ ਵਿਰੋਧੀ ਪਾਰਲੀਮੈਂਟਰੀ ਗਰੁੱਪ ਦਰਮਿਆਨ ਸੰਘਰਸ਼ ਛਿੜ ਗਿਆ ਸੀ। ਇਸ ਦੌਰਾਨ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਟਰੂਡੋ ਨੇ ਆਖਿਆ ਹੈ ਕਿ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਉਸ ਮੁਲਕ ਵਿੱਚ ਅਜਿਹੀਆਂ ਬਹੁਤ ਘੱਟ ਥਾਵਾਂ ਬਚੀਆਂ ਹਨ ਜਿੱਥੋਂ ਇਹਨਾਂ ਲੋਕਾਂ ਨੂੰ ਏਅਰਲਿਫਟ ਕਰਕੇ ਲਿਆਂਦਾ ਜਾ ਸਕਦਾ ਹੈ। ਸੋਮਵਾਰ ਨੂੰ ਟਰੂਡੋ ਨੇ ਇਹ ਆਖਿਆ ਸੀ ਕਿ ਜਰਮਨੀ ਦੇ ਜਹਾਜ਼ ਉੱਤੇ 58 ਕੈਨੇਡੀਅਨ ਸੁਡਾਨ ਤੋਂ ਬਾਹਰ ਆਉਣ ਵਿੱਚ ਕਾਮਯਾਬ ਰਹੇ ਹਨ ਅਤੇ C-17 ਟਰਾਂਸਪੋਰਟ ਪਲਾਨ ਵੀ ਇਲਾਕੇ ਵਿੱਚ ਮੌਜੂਦ ਸੀ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ HMCS ਮੌਂਟਰੀਅਲ ਤੇ ਸਪਲਾਈ ਸ਼ਿਪ MV ਐਸਟਰਿਕਸ ਆਪਣਾ ਟਾਸਕ ਪੂਰਾ ਕਰਨ ਦੇ ਲਈ ਰੈੱਡ ਸੀ ਦੇ ਉੱਤੇ ਸੀ। ਮੰਗਲਵਾਰ ਨੂੰ ਵਿਦੇਸ਼ ਮੰਤਰੀ ਮੇਲੇਨੀ ਜੋਲੀ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ 100 ਤੋਂ ਵੱਧ ਹੋਰ ਕੈਨੇਡੀਅਨ ਸੁਡਾਨ ਤੋਂ ਬਾਹਰ ਕੱਢ ਲਏ ਜਾਣਗੇ। ਕੈਨੇਡੀਅਨਜ਼ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ ਵਾਸਤੇ ਉਹਨਾਂ ਜਰਮਨੀ, ਫਰਾਂਸ, ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ ਦਾ ਧੰਨਵਾਦ ਕੀਤਾ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਕੈਨੇਡਾ ਦੀ ਸੈਕਸ ਆਫੈਂਡਰਜ਼ ਰਜਿਸਟਰੀ ਵਿੱਚ ਤਬਦੀਲੀਆਂ ਦੇ ਲਈ ਲਿਬਰਲਾਂ ਨੇ ਪੇਸ਼ ਕੀਤਾ ਬਿੱਲ। ਫੈਡਰਲ ਸਰਕਾਰ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਅਤੇ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਕੈਨੇਡਾ ਦੇ ਸੈਕਸ ਆਫੈਂਡਰਜ਼ ਦੀ ਰਜਿਸਟਰੀ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ। ਇਸ ਦੌਰਾਨ ਇਹ ਤੈਅ ਕੀਤਾ ਜਾਵੇਗਾ ਕਿ ਕਿਸੇ ਸੈਕਸ ਆਫੈਂਡਰ ਨੂੰ ਨੈਸ਼ਨਲ ਟਰੈਕਿੰਗ ਸਿਸਟਮ ਦੀ ਕਿਸ ਵੰਨਗੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਜਦਕਿ ਅਜਿਹੇ ਜੁਰਮਾਂ ਨੂੰ ਨਾ ਦੁਹਰਾਉਣ ਵਾਲਿਆਂ ਨੂੰ ਇਸ ਟਰੈਕਿੰਗ ਸਿਸਟਮ ਵਿੱਚ ਰਜਿਸਟਰ ਕਰਨ ਤੋਂ ਛੋਟ ਵੀ ਦਿੱਤੀ ਜਾ ਸਕਦੀ ਹੈ। ਮੌਜੂਦਾ ਕਾਨੂੰਨ ਵਿੱਚ ਪ੍ਰਸਤਾਵਿਤ ਤਬਦੀਲੀਆਂ ਅਕਤੂਬਰ 2022 ਦੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ ਜਿਸ ਵਿੱਚ ਇਹ ਆਖਿਆ ਗਿਆ ਸੀ ਕਿ ਜਿਨਸੀ ਜੁਰਮ ਕਰਨ ਵਾਲੇ ਸਾਰੇ ਲੋਕਾਂ ਨੂੰ ਆਟੋਮੈਟਿਕ ਢੰਗ ਨਾਲ ਰਜਿਸਟਰ ਕਰਨ ਦੀ ਪਿਰਤ ਗੈਰ ਸੰਵਿਧਾਨਿਕ ਹੈ। ਇਸ ਸਿਸਟਮ ਦੇ ਨਾਲ ਟਰੈਕਿੰਗ ਰਿਕਾਰਡ ਵਿੱਚ ਉਹਨਾਂ ਲੋਕਾਂ ਦੇ ਨਾਂ ਵੀ ਹਮੇਸ਼ਾ ਲਈ ਸ਼ਾਮਲ ਹੋ ਜਾਂਦੇ ਹਨ ਜਿਨ੍ਹਾਂ ਨੇ ਇੱਕ ਸੈਕਸ਼ੂਅਲ ਜੁਰਮ ਕੀਤਾ ਹੁੰਦਾ ਹੈ। ਕ੍ਰਿਮੀਨਲ ਕੋਰਟ ਦੇ ਇਹਨਾਂ ਪ੍ਰਬੰਧਾਂ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਇਸ ਫੈਸਲੇ ਬਾਰੇ ਆਪਣੀ ਰਾਏ ਰੱਖਣ ਦੇ ਲਈ ਪਾਰਲੀਮੈਂਟ ਨੂੰ 1 ਸਾਲ ਦਾ ਸਮਾਂ ਦਿੱਤਾ ਸੀ। ਇਸ ਸੰਬੰਧੀ ਬਿੱਲ S-12 ਬੁੱਧਵਾਰ ਨੂੰ ਸੈਨੇਟਰ ਮਾਰਕ ਗੋਲਡ ਵੱਲੋਂ ਸੈਨੇਟ ਵਿੱਚ ਪੇਸ਼ ਕੀਤਾ ਗਿਆ। ਇਹ ਬਿੱਲ ਪਹਿਲਾਂ ਸੈਨੇਟ ਵਿੱਚੋਂ ਲੰਘੇਗਾ ਅਤੇ ਫਿਰ ਹਾਊਸ ਵਿੱਚ ਇਸ ਦੀ ਚਰਚਾ ਹੋਵੇਗੀ। ਇਸ ਦੌਰਾਨ ਕ੍ਰਿਮੀਨਲ ਕੋਡ, ਸੈਕਸ ਆਫੈਂਡਰਜ਼ ਇਨਫੋਰਮੇਸ਼ਨ ਰਜਿਸਟ੍ਰੇਸ਼ਨ ਐਕਟ ਤੇ ਦ ਇੰਟਰਨੈਸ਼ਨਲ ਟਰਾਂਸਫਰ ਆਫ ਆਫੈਂਡਰਜ਼ ਐਕਟ ਵਿੱਚ ਸੋਧਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਓਨਟਾਰੀਓ ਸਾਇੰਸ ਸੈਂਟਰ ਨੂੰ ਸ਼ਿਫਟ ਕਰਨ ਦੇ ਫੈਸਲੇ ਤੇ ਗੁੱਸਾ ਹਨ ਮੁਲਾਜ਼ਮ ਯੂਨੀਅਨ। ਓਨਟਾਰੀਓ ਸਾਇੰਸ ਸੈਂਟਰ ਨੂੰ ਓਨਟਾਰੀਓ ਪਲੇਸ ਸ਼ਿਫਟ ਕਰਨ ਦੇ ਫੈਸਲੇ ਨੂੰ ਲੈ ਕੇ ਇੱਥੋਂ ਦਾ ਸਟਾਫ ਗੁੱਸਾ ਤੇ ਬੌਂਦਲਿਆ ਪਿਆ ਹੈ। ਉਹਨਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਪ੍ਰੀਮੀਅਰ ਵੱਲੋਂ ਉਹਨਾਂ ਦੇ ਮੂਡ ਬਾਰੇ ਜਿਹੜੀ ਗੱਲ ਆਖੀ ਗਈ ਹੈ ਉਹ ਅਸਲ ਵਿੱਚ ਇਸ ਤੋਂ ਬਿਲਕੁਲ ਉਲਟ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪ੍ਰੀਮੀਅਰ ਡਗ ਫੋਰਡ ਨੂੰ ਆਖਿਆ ਗਿਆ ਸੀ ਕਿ ਓਨਟਾਰੀਓ ਸਾਇੰਸ ਸੈਂਟਰ ਨੂੰ ਸ਼ਿਫਟ ਕਰਨ ਦੇ ਫੈਸਲੇ ਨਾਲ ਮੁਲਾਜ਼ਮ ਕਾਫੀ ਖੁਸ਼ ਤੇ ਉਤਸ਼ਾਹਿਤ ਹਨ, ਪਰ ਯੂਨੀਅਨ ਨੇ ਆਖਿਆ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਯੂਨੀਅਨ ਵੱਲੋਂ ਇਸ ਬਾਰੇ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਓਨਟਾਰੀਓ ਸਾਇੰਸ ਸੈਂਟਰ ਦੇ ਲਗਭਗ 400 ਵਰਕਰਜ਼ ਇਸ ਫੈਸਲੇ ਤੋਂ ਗੁੱਸਾ ਹਨ। ਯੂਨੀਅਨ ਨੇ ਆਖਿਆ ਹੈ ਕਿ ਇਸ ਵਿੱਚ ਮੁਲਾਜ਼ਮਾਂ ਦਾ ਕੋਈ ਫਾਇਦਾ ਤਾਂ ਨਹੀਂ ਹੋਵੇਗਾ। ਹਾਂ, ਡੌਨ ਮਿਲਸ ਦੀ ਮੌਜੂਦਾ ਲੋਕੇਸ਼ਨ ਤੋਂ ਉਹਨਾਂ ਨੂੰ ਡਾਊਨਟਾਊਨ ਵਾਲੀ ਭੀੜ ਥਾਂ ਉੱਤੇ ਸ਼ਿਫਟ ਕਰਨ ਨਾਲ ਕਈ ਤਰ੍ਹਾਂ ਦੇ ਨੁਕਸਾਨ ਜ਼ਰੂਰ ਹੋ ਸਕਦੇ ਹਨ। OPSEU ਉਹਨਾਂ ਮੁਲਾਜ਼ਮਾਂ ਦੀ ਅਗਵਾਈ ਕਰਦੀ ਹੈ ਜਿਹੜੇ ਐਗਜ਼ੀਬਿਸ਼ਨ ਦਾ ਇੰਤਜ਼ਾਰ ਕਰਦੇ ਹਨ, ਕਲਾਸਾਂ ਦਾ ਆਯੋਜਨ ਕਰਦੇ ਹਨ ਅਤੇ ਟੂਰ ਦਿੰਦੇ ਹਨ, ਫੂਡ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਤੇ ਟਿਕਟ ਆਦਿ ਜਾਰੀ ਕਰਦੇ ਹਨ। ਜਿਹੜਾ ਸਟਾਫ ਕੈਫੇਟੇਰੀਆ ਤੇ ਬਾਕਸ ਆਫਿਸ ਚਲਾਉਂਦਾ ਹੈ ਤੇ ਇਸ ਵਿੱਚ ਕਲੀਨਿੰਗ ਸਟਾਫ ਵੀ ਸ਼ਾਮਲ ਹੈ। ਬਹੁਤਾ ਸਟਾਫ ਇਸ ਸਾਇੰਸ ਸੈਂਟਰ ਉੱਤੇ ਪਿਛਲੇ 10 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਕੰਮ ਕਰ ਰਿਹਾ ਹੈ। ਇਹ ਮੁਲਾਜ਼ਮ ਇਸ ਇਲਾਕੇ ਦੇ ਨੇੜੇ ਹੀ ਰਹਿਣ ਵਾਲੇ ਵੀ ਲੱਗ ਪਏ ਹਨ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਟੋਰਾਂਟੋ ਪੁਲਿਸ ਨੇ $27 ਮਿਲੀਅਨ ਦੀਆਂ ਚੋਰੀ ਕੀਤੀਆਂ 550 ਗੱਡੀਆਂ ਕੀਤੀਆਂ ਬਰਾਮਦ। ਬੁੱਧਵਾਰ ਨੂੰ ਟੋਰਾਂਟੋ ਪੁਲਿਸ ਸਰਵਿਸ ਵੱਲੋਂ ਪ੍ਰੋਜੈਕਟ ਸਟੈਲੀਅਨ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਸ ਪ੍ਰੋਜੈਕਟ ਦੌਰਾਨ ਪੁਲਿਸ ਨੂੰ ਚੋਰੀ ਕੀਤੀਆਂ ਗਈਆਂ 550 ਗੱਡੀਆਂ ਮਿਲੀਆਂ ਜਿਨ੍ਹਾਂ ਦਾ ਮੁੱਲ $27 ਮਿਲੀਅਨ ਤੋਂ ਵੀ ਜ਼ਿਆਦਾ ਦੱਸਿਆ ਜਾਂਦਾ ਹੈ। ਪੁਲਿਸ ਚੀਫ ਮਾਇਰਨ ਡੋਮਕਿਊ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਪ੍ਰੋਜੈਕਟ ਤਹਿਤ ਬਹੁਤਾ ਧਿਆਨ ਸਿਟੀ ਦੇ ਪੱਛਮੀ ਸਿਰੇ ਤੋਂ ਚੋਰੀ ਹੋਈਆਂ ਗੱਡੀਆਂ ਤੇ ਕੈਟਾਲਟਿਕ
ਕਨਵਰਟਰਸ ਉੱਤੇ ਕੇਂਦਰਿਤ ਕੀਤਾ ਗਿਆ ਹੈ। ਪ੍ਰੋਜੈਕਟ ਸਟੈਲੀਅਨ ਨਵੰਬਰ 2022 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦੌਰਾਨ ਚੋਰੀ ਦੀਆਂ 556 ਗੱਡੀਆਂ ਬਰਾਮਦ ਹੋਈਆਂ, ਜਿਨ੍ਹਾਂ ਦਾ ਮੁੱਲ $27 ਮਿਲੀਅਨ ਤੋਂ ਵੀ ਜ਼ਿਆਦਾ ਹੈ। ਇਸ ਦੌਰਾਨ 100 ਵਿਅਕਤੀਆਂ ਖਿਲਾਫ 300 ਤੋਂ ਵੱਧ ਚਾਰਜਿਸ ਲਾਏ ਗਏ ਹਨ। ਡੈਮਕਿਊ ਨੇ ਆਖਿਆ ਹੈ ਕਿ 2019 ਤੋਂ ਹੀ ਟੋਰਾਂਟੋ ਵਿੱਚ ਗੱਡੀਆਂ ਦੀਆਂ ਚੋਰੀਆਂ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਆਖਿਆ ਕਿ ਇਹ ਮੁੱਦਾ ਸ਼ਹਿਰ ਦੇ GTA ਭਰ ਵਿੱਚ ਵੱਡੀ ਸਿਰਦਰਦੀ ਬਣਿਆ ਹੋਇਆ ਹੈ। TPS ਦੇ ਇਸ ਪ੍ਰੋਜੈਕਟ ਵਿੱਚ OCIS ਟੀਮ ਤੇ ਹੋਰ ਪੁਲਿਸ ਡਿਵੀਜ਼ਨਾਂ ਦੀ ਵੀ ਸ਼ਾਮਲ ਹਨ। ਇਸ ਦੌਰਾਨ ਚੋਰੀ ਦੀਆਂ ਗੱਡੀਆਂ ਬਰਾਮਦ ਕਰਨ ਤੇ ਅਜਿਹੇ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਿਕੰਜਾ ਕੱਸਣ ਦੇ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇਸ ਤਹਿਤ ਹੁਣ ਤੱਕ 119 ਲੋਕਾਂ ਨੂੰ ਚਾਰਜ ਕੀਤਾ ਜਾ ਚੁੱਕਿਆ ਹੈ। 314 ਚਾਰਜਿਸ ਲਗਾਏ ਗਏ ਹਨ। 556 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਲੋ ਵਧਦੇ ਹਾਂ ਅਗਲੀ ਖਬਰ ਵੱਲ। 1.5 ਸਾਲ ਤੱਕ ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ। 1.5 ਸਾਲ ਤੋਂ ਇੱਕ ਮਹਿਲਾ ਨੂੰ ਧੱਕੇ ਨਾਲ ਬੰਦੀ ਬਣਾ ਕੇ ਰੱਖਣ ਤੇ ਕਈ ਵਾਰੀ ਉਸ ਉੱਤੇ ਜਿਨਸੀ ਹਮਲਾ ਕਰਨ ਵਾਲੇ ਟੋਰਾਂਟੋ ਦੇ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਹੈ। ਉਸ ਉੱਤੇ 40 ਚਾਰਜਿਸ ਲਗਾਏ ਗਏ ਹਨ। ਜਾਂਚਕਾਰਾਂ ਨੇ ਦੱਸਿਆ ਹੈ ਕਿ ਟੋਰਾਂਟੋ ਦੇ 29 ਸਾਲਾ ਧਰੂਬੋ ਹਸਨ ਨੂੰ 21 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਖਿਲਾਫ ਹਮਲਾ ਕਰਨ ਤੇ ਹਮਲਾ ਕਰਕੇ ਗਲ ਘੁੱਟਣ ਦੇ 6 ਮਾਮਲਿਆਂ, ਜਿਨਸੀ ਹਮਲੇ ਦੇ 3 ਮਾਮਲਿਆਂ, $5,000 ਤੋਂ ਘੱਟ ਦੀ ਸ਼ਰਾਰਤ ਕਰਨ ਦੇ 3 ਮਾਮਲਿਆਂ, ਸਹਿਯੋਗ ਕਰਨ ਤੋਂ ਅਸਮਰੱਥ ਰਹਿਣ ਦੇ 9 ਮਾਮਲਿਆਂ, ਹਥਿਆਰ ਨਾਲ ਹਮਲਾ ਕਰਨ, ਗੁੱਸੇ ਨਾਲ ਹਮਲਾ ਕਰਨ ਤੇ ਜ਼ਬਰਦਸਤੀ ਬੰਦ ਕਰਕੇ ਰੱਖਣ ਦੇ 3 ਮਾਮਲਿਆਂ ਵਿੱਚ ਚਾਰਜਿਸ ਲਾਏ ਗਏ ਹਨ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਜਿਸ ਮਹਿਲਾ ਉੱਤੇ ਇਹ ਸਾਰੀਆਂ ਵਧੀਕੀਆਂ ਹੋਈਆਂ, ਉਸ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜਾਂਚਕਾਰਾਂ ਨੂੰ ਡਰ ਹੈ ਕਿ ਇਸ ਵਿਅਕਤੀ ਵੱਲੋਂ ਹੋਰਨਾਂ ਮਹਿਲਾਵਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਗਿਆ ਹੋ ਸਕਦਾ ਹੈ। ਇਸ ਦੇ ਲਈ ਉਹਨਾਂ ਇਸ ਸ਼ਖਸ ਦੀਆਂ ਵਧੀਕੀਆਂ ਦਾ ਸ਼ਿਕਾਰ ਮਹਿਲਾਵਾਂ ਨੂੰ ਸਾਹਮਣੇ ਆਉਣ ਲਈ ਆਖਿਆ ਹੈ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਆਸਟ੍ਰੇਲੀਆ ਵਿੱਚ 24 ਮਈ ਨੂੰ ਹੋਵੇਗੀ ਕੁਆਡ ਨੇਤਾਵਾਂ ਦੀ ਬੈਠਕ। ਇਹਨਾਂ ਮੁੱਦਿਆਂ ਤੇ ਹੋਵੇਗੀ ਚਰਚਾ। ਕੁਆਡ ਦੇਸ਼ਾਂ ਦੇ ਨੇਤਾ ਅਗਲੇ ਮਹੀਨੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਤੀਜੀ ਵਾਰ ਆਮੋ ਸਾਹਮਣੇ ਦੀ ਮੁਲਾਕਾਤ ਕਰਨਗੇ। ਵਾਈਟ ਹਾਊਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰਿਨ ਜੀਨ ਪੀਅਰੇ ਨੇ ਕਿਹਾ ਹੈ ਕਿ ਇਸ ਬੈਠਕ ਦਾ ਉਦੇਸ਼ ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ, ਉੱਚ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ, ਵਿਸ਼ਵ ਸਿਹਤ, ਜਲਵਾਯੂ ਤਬਦੀਲੀ ਅਤੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਇੰਡੋ-ਪੈਸੀਫਿਕ ਖੇਤਰ ਨਾਲ ਜੁੜੇ ਮੁੱਦਿਆਂ ਤੇ ਆਪਸੀ ਸਹਿਯੋਗ ਨੂੰ ਡੂੰਘਾ ਕਰਨਾ ਹੈ। ਕੁਆਡ ਇੱਕ ਚਤੁਰਭੁਜ ਸੁਰੱਖਿਆ ਸੰਵਾਦ ਸਮੂਹ ਹੈ ਜਿਸ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਆਸਟ੍ਰੇਲੀਆ ਕੁਆਡ ਦੇਸ਼ਾਂ ਦੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। ਜੀਨ ਪੀਅਰੇ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 24 ਮਈ ਨੂੰ ਸਿਡਨੀ ਵਿੱਚ ਹੋਣ ਵਾਲੀ ਕੁਆਡ ਲੀਡਰਜ਼ ਦੀ ਬੈਠਕ ਵਿੱਚ ਹਿੱਸਾ ਲੈਣਗੇ, ਜਿਸ ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਰਨਗੇ। ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਫੂਮੀਓ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ। ਪਿਛਲੇ ਸਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਆਯੋਜਿਤ ਕੁਆਡ ਕਾਨਫਰੰਸ ਵਿੱਚ ਐਲਬਨੀਜ਼ ਨੇ ਸ਼ਿਰਕਤ ਕੀਤੀ ਸੀ। ਜੀਨ ਪੀਅਰੇ ਨੇ ਕਿਹਾ ਹੈ ਕਿ ਕੁਆਡ ਨੇਤਾ ਇਸ ਗੱਲ ਤੇ ਚਰਚਾ ਕਰਨਗੇ ਕਿ ਉਹ ਰਣਨੀਤਿਕ ਤੌਰ ਤੇ ਮਹੱਤਵਪੂਰਨ ਇੰਡੋ-ਪੈਸੀਫਿਕ ਖੇਤਰ ਦੀਆਂ ਮਹੱਤਵਪੂਰਨ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ, ਉੱਚ ਗੁਣਵੱਤਾ ਬੁਨਿਆਦੀ ਢਾਂਚਾ, ਗਲੋਬਲ ਸਿਹਤ, ਜਲਵਾਯੂ ਪਰਿਵਰਤਨ, ਸਮੁੰਦਰੀ ਡੋਮੇਨ ਜਾਗਰੂਕਤਾ ਅਤੇ ਹੋਰ ਸੰਬੰਧਿਤ ਮੁੱਦਿਆਂ ਤੇ ਆਪਸੀ ਸਹਿਯੋਗ ਨੂੰ ਕਿਵੇਂ ਡੂੰਘਾ ਕਰ ਸਕਦੇ ਹਨ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਅਮਰੀਕਾ ਵਿੱਚ ਚਰਚ ਨੂੰ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਇੱਕ ਗ੍ਰਿਫਤਾਰ। ਅਮਰੀਕਾ ਦੇ ਓਹੀਓ ਰਾਜ ਵਿੱਚ ਇੱਕ ਚਰਚ ਨੂੰ ਸਾੜਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਨਵ ਨਾਜ਼ੀ ਗਰੁੱਪ ਦੇ ਮੈਂਬਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। 20 ਸਾਲਾ ਏਮਨ ਡੀ ਪੈਨੀ, ਜੋ ਅਲਾਇੰਸ ਓਹੀਓ ਦਾ ਵਸਨੀਕ ਹੈ, ਵਿਰੁੱਧ ਕਲੈਵਲੈਂਡ ਦੀ US ਡਿਸਟ੍ਰਿਕਟ ਕੋਰਟ ਵਿੱਚ ਬਦਨੀਤੀ ਤਹਿਤ ਧਮਾਕਾ ਖੇਜ ਸਮੱਗਰੀ ਵਰਤਣ ਤੇ ਖਤਰਨਾਕ ਉਪਕਰਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪੈਨੀ ਨੇ ਚੈਸਟਰਲੈਂਡ ਵਿੱਚ ਚਰਚ ਆਫ ਚੈਸਟਰਲੈਂਡ ਨੂੰ ਸਾੜਨ ਦੇ ਲਈ ਮੋਲੋਟੋਵ ਕਾਕਟੇਲ ਦੀ ਵਰਤੋਂ ਕੀਤੀ। ਅਦਾਲਤ ਵਿੱਚ ਦਾਇਰ ਹਲਫੀਆ ਬਿਆਨ ਵਿੱਚ FBI ਨੇ ਦਾਅਵਾ ਕੀਤਾ ਹੈ ਕਿ ਪੈਨੀ ਇੱਕ ਨਾਜ਼ੀ ਪੱਖੀ ਗਰੁੱਪ ਵਾਈਟ ਲਿਵਜ਼ ਮੈਟਰ ਦਾ ਮੈਂਬਰ ਹੈ। FBI ਅਨੁਸਾਰ ਇਹ ਗਰੁੱਪ ਨਸਲਵਾਦੀ ਤੇ ਨਾਜ਼ੀ ਸਮਰਥਕ ਹੈ। ਅਪਰਾਧਿਕ ਸ਼ਿਕਾਇਤ ਅਨੁਸਾਰ ਪੈਨੀ ਨੇ ਮੰਨਿਆ ਹੈ ਕਿ ਉਸ ਨੇ ਚਰਚ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਹੈ। US ਅਟਾਰਨੀ ਦੇ ਦਫ਼ਤਰ ਦੇ ਚੀਫ ਡਿਪਟੀ ਕਲਰਕ ਮਿਸ਼ੈਲ ਸਸਟੂਲ ਅਨੁਸਾਰ ਉਸ ਵਿਰੁੱਧ ਸੁਣਵਾਈ ਵੀਰਵਾਰ ਨੂੰ ਹੋਵੇਗੀ।
ਲੋ ਵਧਦੇ ਹਾਂ ਅਗਲੀ ਖਬਰ ਵੱਲ। ਇਟਲੀ ਸਿੱਖਾਂ ਸਮੇਤ ਕਈ ਧਰਮਾਂ ਦੇ ਨੁਮਾਇੰਦੇ ਪੋਪ ਫਰਾਂਸਿਸ ਨੂੰ ਮਿਲੇ। ਸਿੱਖ ਨੁਮਾਇੰਦਿਆਂ ਦੀ ਰਹਿਨੁਮਾਈ ਹੇਠ ਦੁਨੀਆ ਦੇ 6 ਹੋਰਨਾਂ ਧਰਮਾਂ ਨਾਲ ਸੰਬੰਧਿਤ ਵੱਖ-ਵੱਖ ਦੇਸ਼ਾਂ ਦੇ ਆਗੂ ਇੰਗਲੈਂਡ ਤੋਂ ਚੇਚੇ ਤੌਰ ਤੇ ਈਸਾਈ ਧਰਮ ਦੇ ਸਰਬ ਉੱਚ ਸਥਾਨ ਵੈਟੀਕਨ ਸਿਟੀ ਵਿਖੇ ਪੋਪ ਫਰਾਂਸਿਸ ਨੂੰ ਮਿਲਣ ਲਈ ਪੁੱਜੇ, ਜਿੱਥੇ ਹੋਰਨਾਂ ਦੇਸ਼ਾਂ ਨਾਲ ਸੰਬੰਧਿਤ ਨੁਮਾਇੰਦਿਆਂ ਵੱਲੋਂ ਆਪੋ ਆਪਣੇ ਧਰਮ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ। ਉੱਥੇ ਹੀ ਸਿੱਖ ਧਰਮ ਦੇ ਨੁਮਾਇੰਦਿਆਂ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਫਲਸਫੇ ਤੋਂ ਸ਼ੁਰੂਆਤ ਕਰਕੇ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਪੰਥ ਦੀ ਸਾਜਨਾ ਤੱਕ ਸਾਰੀਆਂ ਵਿਸ਼ੇਸ਼ਤਾਵਾਂ ਤੇ ਗੱਲਬਾਤ ਕਰਦੇ ਹੋਏ ਸਿੱਖ ਧਰਮ ਦੀ ਮਹਾਨਤਾ ਤੋਂ ਜਾਣੂ ਕਰਵਾਉਂਦੇ ਹੋਏ ਵਿਚਾਰ ਚਰਚਾ ਕੀਤੀ ਗਈ। 6 ਮਾਰਟਿਨੀਜ਼ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਇਟਲੀ ਪਹੁੰਚੇ ਵਫਦ ਦੁਆਰਾ ਸਭ ਤੋਂ ਪਹਿਲਾਂ ਰੋਮ ਵਿੱਚ ਸਥਾਪਿਤ ਗੁਰਦੁਆਰਾ ਹਰਗੋਬਿੰਦ ਸੇਵਾ ਸੁਸਾਇਟੀ ਵਿਖੇ ਨਤਮਸਤਕ ਹੋਏ, ਜਿੱਥੇ ਕਿ ਕਥਾ ਕੀਰਤਨ ਤੇ ਸਿੱਖ ਧਰਮ ਨਾਲ ਸੰਬੰਧਿਤ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਫਦ ਦੇ ਸਮੂਹ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਜੀ ਆਇਆਂ ਵੀ ਆਖਿਆ ਗਿਆ। ਇੱਥੋਂ ਬਾਅਦ ਵਿੱਚ ਸਾਰੇ ਮੈਂਬਰ ਵੈਟੀਕਨ ਸਿਟੀ ਦੇ ਲਈ ਰਵਾਨਾ ਹੋਏ ਅਤੇ ਕਈ ਧਾਰਮਿਕ ਮੁੱਦਿਆਂ ਤੇ ਵਿਚਾਰ ਚਰਚਾ ਹੋਈ। ਪੋਪ ਫਰਾਂਸਿਸ ਦੀ ਟੀਮ ਵੱਲੋਂ ਇਸ ਵਫਦ ਨੂੰ ਉਲੀਕੇ ਪ੍ਰੋਗਰਾਮ ਤਹਿਤ ਵੈਟੀਕਨ ਸਿਟੀ ਲਿਜਾਇਆ ਗਿਆ। ਉਸ ਉਪਰੰਤ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਦੱਸਣਯੋਗ ਹੈ ਕਿ ਵੈਟੀਕਨ ਸਿਟੀ ਦੇ ਵਿਸ਼ੇਸ਼ ਸੱਦੇ ਤੇ ਇਟਲੀ ਪਹੁੰਚੇ ਇਸ ਵਫਦ ਦੀ ਰਹਿਨੁਮਾਈ ਇੰਗਲੈਂਡ ਦੇ ਸਿੱਖਾਂ ਦੀ ਇੱਕ ਟੀਮ ਦੁਆਰਾ ਕੀਤੀ ਗਈ। ਲੋ ਵਧਦੇ ਹਾਂ ਅਗਲੀ ਖਬਰ ਵੱਲ। ਕੁੱਤੇ ਨੇ ਕਰੋੜਾਂ ਲੋਕਾਂ ਚੋਂ ਮੇਲ ਖਾਂਦਾ ਲੱਭਿਆ ਕਿਡਨੀ ਡੋਨਰ, ਬਿਮਾਰ ਮਾਲਕਨ ਦੀ ਬਚਾਈ ਜਾਨ। ਕੁੱਤੇ ਵੱਲੋਂ ਨਿਭਾਈ ਗਈ ਵਫਾਦਾਰੀ ਦੀਆਂ ਕਹਾਣੀਆਂ ਅਕਸਰ ਵੇਖਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਬ੍ਰਿਟੇਨ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਕਿਡਨੀ ਫੇਲ ਹੋਣ ਕਾਰਨ ਮੌਤ ਦੇ ਕਗਾਰ ਤੇ ਸੀ। ਉਸ ਨੂੰ ਡੋਨਰ ਨਹੀਂ ਮਿਲ ਰਿਹਾ ਸੀ। ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸਨ। ਫਿਰ ਔਰਤ ਦੇ ਪਾਲਤੂ ਕੁੱਤੇ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਔਰਤ ਦੀ ਜਾਨ ਬਚ ਗਈ। ਬ੍ਰਿਟੇਨ ਦੀ ਰਹਿਣ ਵਾਲੀ ਲੂਸੀ ਹੰਫਰੀ ਨੂੰ ਕਿਡਨੀ ਦੀ ਸਮੱਸਿਆ ਹੋਈ ਸੀ। ਜਦੋਂ ਉਹ ਡਾਕਟਰ ਕੋਲ ਗਈ ਤਾਂ ਉਸਨੇ ਦੱਸਿਆ ਕਿ ਉਸ ਦੀ ਕਿਡਨੀ ਫੇਲ ਹੋ ਗਈ ਹੈ। ਉਹ ਲੂਪਸ ਤੋਂ ਵੀ ਪੀੜਤ ਹੈ ਅਤੇ ਅਜਿਹਾ ਜ਼ਿਆਦਾ ਦਿਨਾਂ ਤੱਕ ਜ਼ਿੰਦਾ ਨਹੀਂ ਰਹਿ ਸਕਦੀ। ਜਾਨ ਬਚਾਉਣ ਦੇ ਲਈ ਸਿਰਫ ਕਿਡਨੀ ਟ੍ਰਾਂਸਪਲਾਂਟ ਹੀ ਇੱਕੋ ਇੱਕ ਤਰੀਕਾ ਹੈ। ਲੂਸੀ ਇਸ ਦੇ ਲਈ ਸਹਿਮਤ ਹੋ ਗਈ, ਪਰ ਉਸ ਨੂੰ ਕਿਡਨੀ ਡੋਨਰ ਨਹੀਂ ਮਿਲ ਰਿਹਾ ਸੀ, ਕਿਉਂਕਿ ਲੂਸੀ ਨੂੰ ਜਿਸ ਮੈਚ ਦੀ ਕਿਡਨੀ ਚਾਹੀਦੀ ਸੀ ਉਹ 2.2 ਕਰੋੜ ਲੋਕਾਂ ਵਿੱਚੋਂ ਸਿਰਫ ਕਿਸੇ ਇੱਕ ਦੀ ਹੀ ਹੁੰਦੀ ਹੈ। ਹੁਣ ਲੂਸੀ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਹੀ ਸੀ।